ਹੈਲੋ ਸਟੂਡੈਂਟਸ, ਆਈ ਐਮ ਹਨੀਸ਼ ਬੰਸਲ, ਆਈ ਐਮ ਯੂਅਰ ਅਕਾਊਂਟਸ ਲੈਕਚਰਰ। ਤਾਂ ਸਟੂਡੈਂਟਸ, ਆਪਾਂ ਅੱਜ ਦਾ ਟੌਪਿਕ ਆਪਾਂ ਜੋ ਕਰਾਂਗੇ ਉਹ ਹੈਗਾ ਜਰਨਲ। ਅਤੇ ਜਰਨਲ ਆਪਣਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਜੇਕਰ ਜਰਨਲ ਜਿਸ ਬੱਚੇ ਨੂੰ ਨਹੀਂ ਆਉਂਦੀ ਤਾਂ ਉਹ ਅਕਾਊਂਟਸ ਨਹੀਂ ਸਮਝ ਸਕਦਾ। ਅਤੇ ਜਰਨਲ ਨੂੰ ਸਮਝਣ ਤੋਂ ਪਹਿਲਾਂ ਜਿੰਨੇ ਵੀ ਕਲਾਸਿਸ ਮੈਨੇ ਲਗਾ ਚੁੱਕਿਆ, ਅਕਾਊਂਟਿੰਗ ਟਰਮਜ਼, ਠੀਕ ਹੈ, ਇੰਟਰੋਡਕਸ਼ਨ ਅਤੇ ਜਿਹੜੇ ਵੀ ਅਕਾਊਂਟਿੰਗ ਪ੍ਰੋਸੀਜਰਸ, ਇਕੁਏਸ਼ਨ, ਇਹ ਸਾਰੇ ਚੈਪਟਰ ਕਰਨੇ ਕੰਪਲਸਰੀ ਨੇਗੇ। ਤਾਂਹੀਓ ਅੱਗੇ ਆ ਕੇ ਪਤਾ ਚੱਲੇਗਾ ਕਿ ਜਰਨਲ ਕਿਵੇਂ ਕਰਨਾ, ਠੀਕ ਹੈ। ਵਿਦਆਊਟ ਉਸ ਤੋਂ ਇਹ ਕੀਤਾ ਨਹੀਂ ਜਾ ਸਕਦਾ, ਨਾ ਸਮਝ ਆ ਸਕਦਾ। ਜਰਨਲ ਇਜ਼ ਏ ਬੁੱਕ ਆਫ ਪ੍ਰਾਈਮ ਐਂਟਰੀ ਔਰ ਏ ਬੁੱਕ ਆਫ ਓਰੀਜਨਲ ਐਂਟਰੀ। ਕਹਿੰਦੇ ਇੱਕ ਮਤਲਬ ਪ੍ਰਾਈਮ ਫੰਕਸ਼ਨ ਹੈ, ਪ੍ਰਾਇਮਰੀ ਐਂਟਰੀ ਹੈ, ਅਤੇ ਓਰੀਜਨਲ ਐਂਟਰੀ ਵੀ ਹੁੰਦੀ ਹੈ ਜੋ ਟ੍ਰਾਂਜੈਕਸ਼ਨ ਨੂੰ ਫਸਟ ਰਿਕਾਰਡ ਕਰਦੀ ਹੈ। ਜਿਹਦੇ ਵਿੱਚ ਚਰੋਨੋਲੋਜੀਕਲ ਆਰਡਰ, ਮਤਲਬ ਜਿਹੜਾ ਵੀ ਆਰਡਰ ਬਣਿਆ ਹੁੰਦਾ ਉਸ ਦੇ ਅਕੋਰਡਿੰਗ, ਜਿਹੜਾ ਫੋਰਮੈਟ ਬਣਿਆ ਹੁੰਦਾ ਉਹਦੇ ਅਕੋਰਡਿੰਗ 1 2 3 ਜਿਹੜਾ ਵੀ ਆਰਡਰ ਬਣਿਆ ਹੁੰਦਾ ਉਸ ਦੇ ਅਕੋਰਡਿੰਗ ਇਹ ਰਿਕਾਰਡ ਕਰਦੀ ਹੈ। ਜਿਹੜੀ ਵੀ ਆਪਾਂ ਟ੍ਰਾਂਜੈਕਸ਼ਨ ਦੇ ਇਵੈਂਟ ਹੈ ਉਹਨੂੰ ਸਭ ਤੋਂ ਪਹਿਲਾਂ ਆਪਾਂ ਕਿਹਦੇ ਵਿੱਚ, ਜਰਨਲ 'ਚ ਰਿਕਾਰਡ ਕਰਦੇ ਹਾਂ। ਤਾਂ ਇਹਦੇ 'ਚ ਕੁਛ ਟਰਮਸ ਨੇਗੀਆਂ ਜਰਨਲ ਦੀਆਂ। ਕਿਹੜੀ ਟਰਮਸ ਨੇਗੀਆਂ? ਬੁੱਕਸ ਆਫ ਓਰੀਜਨਲ ਐਂਟਰੀ। ਕਹਿੰਦੇ ਇਹਦੀ ਜਿਹੜੀ ਆਪਾਂ ਕੋਈ ਵੀ ਫਸਟ ਐਂਟਰੀ ਆਪਾਂ ਕਿਹਦੇ ਵਿੱਚ ਰਿਕਾਰਡ ਕਰਨੀ ਹੁੰਦੀ ਹੈ, ਆਪਾਂ ਜਰਨਲ ਦੇ ਵਿੱਚ ਹੀ ਰਿਕਾਰਡ ਕਰਨੀ ਹੁੰਦੀ ਹੈ। ਇਸ ਲਈ ਇਹ ਬੁੱਕਸ ਆਫ ਓਰੀਜਨਲ ਐਂਟਰੀ ਹੈ, ਜੋ ਅੱਗੇ ਆਪਾਂ ਬਾਅਦ 'ਚ ਪੋਸਟ ਕਰਦੇ ਹਾਂ ਲੈਜ਼ਰ ਦੇ ਵਿੱਚ। ਅੱਗੇ ਆਉਂਦਾ ਸਟੂਡੈਂਟਸ ਜਰਨਲ ਐਂਟਰੀ। ਕਹਿੰਦੇ ਇਹ 'ਚ ਟਰਮਸ ਨੇਗੀਆਂ ਜਰਨਲ ਦੀਆਂ। ਓਰੀਜਨਲ ਐਂਟਰੀ ਹੈ, ਠੀਕ ਹੈ। ਜਰਨਲ ਐਂਟਰੀ ਕੀ ਹੁੰਦੀ ਹੈ? ਜਰਨਲ ਐਂਟਰੀ ਐਨ ਐਂਟਰੀ ਰਿਕਾਰਡਡ ਇਨ ਜਰਨਲ। ਕਹਿੰਦੇ ਜਿਹੜੀ ਐਂਟਰੀ ਰਿਕਾਰਡ ਕੀਤੀ ਜਾਂਦੀ ਹੈ ਜਰਨਲ 'ਚ, ਕੋਈ ਉਹਨੂੰ ਬੋਲਦੇ ਜਰਨਲ ਐਂਟਰੀ। ਜਰਨਲਾਈਜ਼ਿੰਗ ਕੀ ਹੁੰਦਾ? ਕਹਿੰਦੇ ਕਿਸ ਹਿਸਾਬ ਨਾਲ ਰਿਕਾਰਡ ਕੀਤਾ ਜਾਂਦਾ, ਪ੍ਰੋਸੈਸ ਕੀ ਹੈ, ਉਹਨੂੰ ਆਪਾਂ ਜਰਨਲਾਈਜ਼ਿੰਗ। ਦੇਖੋ ਜਦੋਂ ਜਰਨਲਾਈਜ਼ਿੰਗ ਵਰਡ ਬੋਲਿਆ ਜਾਊਗਾ ਉਹਦਾ ਮਤਲਬ ਹੋਊਗਾ ਪ੍ਰੋਸੈਸ। ਹਾਂ ਵੀ ਜਰਨਲ ਨੂੰ ਕਿਸ ਹਿਸਾਬ ਨਾਲ, ਕਿਸ ਪ੍ਰੋਸੈਸ ਦੇ ਨਾਲ ਤੁਸੀਂ ਰਿਕਾਰਡ ਕਰ ਰਹੇ ਹੋ, ਉਹਨੂੰ ਆਪਾਂ ਜਰਨਲਾਈਜ਼ਿੰਗ ਬੋਲਦੇ ਹਾਂ। ਪੋਸਟਿੰਗ ਕੀ ਹੁੰਦੀ ਹੈ? ਦਾ ਟ੍ਰਾਂਸਫਰ ਆਫ ਜਰਨਲ ਐਂਟਰੀ ਟੂ ਦਾ ਲੈਜਰ। ਜਦੋਂ ਆਪਾਂ ਪੋਸਟਿੰਗ ਦਾ ਮਤਲਬ ਹੁੰਦਾ ਜਦੋਂ ਜਰਨਲ ਤੋਂ ਆਪਾਂ ਲੈਜਰ ਕਨੀ ਜਾਣਾ ਹੁੰਦਾ ਉਦੋਂ ਆਪਾਂ ਇਹਨੂੰ ਕੀ ਕਰਦੇ ਹਾਂ? ਪੋਸਟਿੰਗ ਬੋਲਦੇ ਹਾਂ। ਸਮਝ ਆਈ ਸਟੂਡੈਂਟਸ? ਅੱਗੇ ਦੇਖੋ ਫੋਰਮੈਟ ਕੀ ਹੈ ਜਰਨਲ ਦਾ। ਆਹ ਦੇਖੋ ਇਸ ਹਿਸਾਬ ਨਾਲ ਆਪਾਂ ਨੂੰ ਫੋਰਮੈਟ ਬਣਾਉਣਾ ਪਏਗਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਡੇਟ ਹੁੰਦੀ ਆ, ਫਿਰ ਪਾਰਟੀਕਲਸ ਹੁੰਦਾ, ਫਿਰ LF ਹੁੰਦਾ, ਫਿਰ ਡੈਬਿਟ, ਫਿਰ ਕ੍ਰੈਡਿਟ। DR ਲਿਖਦੇ ਹੁੰਦੇ ਆਪਾਂ, ਇਹਦੇ ਵਿੱਚ ਅਮਾਊਂਟ ਲਿਖਣੀ ਹੁੰਦੀ ਆ। ਫਿਰ ਉਸ ਤੋਂ ਬਾਅਦ ਕ੍ਰੈਡਿਟ ਹੁੰਦਾ। ਹੁਣ ਜਦੋਂ ਜਰਨਲ ਐਂਟਰੀ ਤੁਸੀਂ ਪਾਸ ਕਰਦੇ ਹੋ ਨਾ, ਉਸ ਤੋਂ ਬਾਅਦ ਇੱਕ ਨਰੇਸ਼ਨ ਲਿਖਣੀ ਪੈਂਦੀ ਹੈ, ਜਿਹਦੇ ਵਿੱਚ ਆਪਾਂ ਬੀਇੰਗ ਵਰਡ ਲਿਖਦੇ ਹਾਂ, ਬੀਇੰਗ, ਠੀਕ ਹੈ। ਉਹ ਇਹ ਨਰੇਸ਼ਨ ਦਾ ਮਤਲਬ ਹੁੰਦਾ ਇਹ ਬਰੀਫ ਡਿਸਕ੍ਰਿਪਸ਼ਨ ਆਫ ਦਾ ਟ੍ਰਾਂਜੈਕਸ਼ਨ ਇਜ਼ ਆਲਸੋ ਰਿਟਨ ਆਫਟਰ ਦਾ ਐਂਟਰੀ। ਜਦੋਂ ਐਂਟਰੀ ਲਿਖ ਦਿੱਤੀ ਜਾਂਦੀ ਹੈ ਤਾਂ ਉਹ ਐਂਟਰੀ ਨੂੰ ਆਪਾਂ ਐਕਸਪਲੇਨ ਕਰਦੇ ਹਾਂ ਕਿ ਇਹ ਐਂਟਰੀ ਕਿਸ ਚੀਜ਼ ਦੀ ਪਾਈ ਗਈ ਹੈ, ਠੀਕ ਹੈ। ਇਹ ਬਰੀਫ ਇਨਫੋਰਮੇਸ਼ਨ ਹੁੰਦੀ ਹੈ, ਉਹਨੂੰ ਬੋਲਦੇ ਹਾਂ ਆਪਾਂ ਨਰੇਸ਼ਨ। ਇੱਕ ਆਹ ਵਰਡ ਦੇਖੋ LF ਲਿਖਿਆ ਹੋਇਆ, ਇਹਨੂੰ ਬੋਲਦੇ ਆਪਾਂ ਲੈਜਰ ਫੋਲੋ। LF ਦਾ ਮਤਲਬ ਹੁੰਦਾ ਹੈ ਇੱਕ ਇਸ ਲਈ ਕੋਲਮ ਬਣਾਇਆ ਜਾਂਦਾ ਹੈ ਕਿ ਆਪਾਂ ਸਿਰਫ ਇਹਦਾ, ਜਦੋਂ ਆਪਾਂ ਇਹਨੂੰ ਲੈਜਰ 'ਚ ਪੋਸਟਿੰਗ ਕਰਦੇ ਹਾਂ ਨਾ, ਜਰਨਲ ਤੋਂ ਲੈਜਰ 'ਚ, ਆਪਾਂ ਉਹਦੇ ਵਿੱਚ ਪੇਜ ਨੰਬਰ ਲਿਖਦੇ ਹਾਂ ਇਹ ਲੈਜਰ 'ਚ ਕਿਸ ਪੇਜ ਨੰਬਰ 'ਤੇ ਆਪਾਂ ਨੇ ਇਸ ਐਂਟਰੀ ਨੂੰ ਰਿਕਾਰਡ ਕੀਤਾ, ਉਹਨੂੰ ਬੋਲਦੇ ਹਾਂ ਆਪਾਂ LF। ਇਹਦੀ LF ਦਾ ਫੁੱਲ ਫਾਰਮ ਆ ਜੇ, ਮੀਨਿੰਗ ਆ ਜੇ, ਤਾਂ ਇਸ ਦਾ ਮਤਲਬ ਆ ਹੈ। ਇਹਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਹਾਂ? ਪੇਜ ਨੰਬਰ ਲਿਖਦੇ ਹੁੰਦੇ ਹਾਂ ਲੈਜਰ ਦਾ। ਕਲੀਅਰ ਹੈ ਗੱਲ ਸਟੂਡੈਂਟਸ? ਕਲੀਅਰ ਕੱਟ ਤੁਹਾਨੂੰ ਸਮਝ ਆ ਗਿਆ ਹੋਣਾ। ਜਦੋਂ ਆਹ ਹੁਣ ਫੋਰਮੈਟ ਆਪਾਂ ਫੋਲੋ ਕਰਾਂਗੇ, ਜਿਵੇਂ ਡੇਟ ਦੇ ਵਿੱਚ ਡੇਟਾ ਲਿਖਣੀ ਹੁੰਦੀ ਹੈ, 1 ਤਰੀਕ ਨੂੰ ਆਹ ਘਟਨਾ ਵਾਪਰੀ, ਇੱਥੇ ਆਪਾਂ ਐਂਟਰੀ ਰਿਕਾਰਡ ਕਰਾਂਗੇ, ਇੱਥੇ ਅਮਾਊਂਟ ਲਿਖਾਂਗੇ, ਡੈਬਿਟ 'ਚ ਕਿਹੜੀ ਅਮਾਊਂਟ ਆਉਂਦੀ ਹੈ, ਕ੍ਰੈਡਿਟ 'ਚ ਕਿਹੜੀ ਅਮਾਊਂਟ ਆਉਂਦੀ ਹੈ। ਤਾਂ ਸਟੂਡੈਂਟ ਆ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਸਾਰਿਆਂ ਨੂੰ। ਦੇਖੋ ਸਟੂਡੈਂਟਸ, ਅੱਗੇ ਆਪਾਂ ਕੁਛ ਪ੍ਰੈਕਟਿਸ ਕਰਦੇ ਹਾਂ ਕੁਐਸਚਨ ਦੀ, ਤਾਂ ਤੁਹਾਨੂੰ ਕਲੀਅਰ ਕੱਟ ਸਮਝ ਆਏਗਾ। ਤਾਂ ਸਟੂਡੈਂਟ ਦੇਖੋ ਇੱਕ ਗੱਲ ਹੋਰ ਯਾਦ ਰੱਖਣਾ, ਜਿਹੜੀ ਜਰਨਲ ਹੁੰਦੀ ਹੈ ਨਾ ਉਹਨੂੰ ਸਮਝਣ 'ਤੇ ਟਾਈਮ ਲੱਗਦਾ ਹੈ। ਹਮੇਸ਼ਾ ਯਾਦ ਰੱਖਿਓ, ਜਰਨਲ 'ਤੇ ਸਮਝਣ 'ਤੇ ਹਮੇਸ਼ਾ ਟਾਈਮ ਲੱਗਦਾ ਹੈ। ਜਦੋਂ ਜਰਨਲ ਸਮਝ ਆ ਗਈ ਫਿਰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ। ਤੁਹਾਡਾ ਪੂਰਾ ਦਾ ਪੂਰਾ ਅਕਾਊਂਟਸ, ਜਿੱਦ ਤੱਕ ਅਕਾਊਂਟਸ ਕਰਦੇ ਰਹੋਗੇ ਸਾਰਾ ਕੁਝ ਜਰਨਲ 'ਤੇ ਹੀ ਟਿਕਿਆ ਹੋਇਆ। ਇਸ ਲਈ ਜਰਨਲ ਇੰਨੀ ਇੰਪੋਰਟੈਂਟ ਹੋ ਜਾਂਦੀ ਹੈ। ਮੈਂ ਤੁਹਾਨੂੰ ਬਿਲਕੁਲ ਡਿਟੇਲ ਦੇ ਵਿੱਚ ਜਰਨਲ ਕਰਾਊਂਗਾ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਹੀ ਨਾ ਆਵੇ ਜਰਨਲ 'ਚ ਕਦੇ ਜ਼ਿੰਦਗੀ 'ਚ, ਠੀਕ ਹੈ ਸਟੂਡੈਂਟਸ। ਦੇਖੋ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜਦੋਂ ਐਂਟਰੀ ਹੈ ਉਹਨੂੰ ਕਿਵੇਂ ਕਰਨਾ ਹੁੰਦਾ, ਜਿਵੇਂ ਸਭ ਤੋਂ ਪਹਿਲੀ ਜਿਵੇਂ ਐਂਟਰੀ ਲਿਖੀ ਹੋਈ ਹੈ, ਮੈਂ ਤੁਹਾਡੇ ਸਾਹਮਣੇ ਇੱਕ ਕੁਐਸਚਨ ਲਿਖ ਰਿਹਾ, ਫਿਰ ਤੁਹਾਨੂੰ ਮੈਂ ਕਰਕੇ ਦਿਖਾਊਂਗਾ ਕਿ ਕੁਐਸਚਨ ਨੂੰ ਕਿਵੇਂ ਕਰਨਾ ਹੁੰਦਾ। ਦੇਖੋ ਸਟੂਡੈਂਟਸ, ਤੁਹਾਡੇ ਸਾਹਮਣੇ ਇੱਕ ਕੁਐਸਚਨ ਦਿੱਤਾ ਹੋਇਆ ਕੋਈ ਵੀ, ਠੀਕ ਹੈ। ट्रांजैक्शन ऑफ रमेश फॉर अप्रैल
आर गिवन बिलो। कहते ये जर्नलाइज करना अपने, जर्नलाइज दैम। थोड़े सामने एंट्रियां लिखिया ने जिमें अप्रैल 1 रमेश स्टार्टड बिजनेस विद कैश, ये दे रखा थोनों 1 लाख रुपीज़। फिर क्या रखा है अप्रैल 2, ठीक है। कोई अप्रैल 2 दे विच देखो बोट या परचेज वर्ड लिखा होगा, गुड्स फ्रॉम शाम, ये कितना लिखा हुआ है कोई भी लगा लो, 15,000 लिखा है। फिर अप्रैल मान लो 13, ठीक है। कैश सेल फॉर द मंथ का मतलब इसे मंथ के विच ही गल कर रहे हैं, तो बस उलझान ली होंगे पॉइंट। मान लो 9,000 रुपया। अप्रैल कोई भी डेट मैं अपने वालों ज्यूम कर रहा, ठीक है। सोल्ड गुड्स फॉर कैश 1,000। अप्रैल 27 पेड कार्टेज, लगा लो ये दिता हुआ है तुहानू 500 रुपया। हुण थोड़े सामने इस तरीके का क्वेश्चन गिवन है, तो स्टूडेंट्स ये क्वेश्चन थोड़े सामने गिवन है, ठीक है। हुण ये क्वेश्चन किस तरीके नाल आपां ने सॉल्व करना हुंदा है, देखो स्टूडेंट पहला की करना है, आपां ने फॉर्मेट बना लेना है, जिवें मैं तुहानू दस्सिया सीगा फॉर्मेट, ठीक है। फॉर्मेट आपां ने बना लेना इस तरीके नाल, ठीक है स्टूडेंट। इत्थे अपने इस तरीके नाल लाइन लगा देनी है, जी फॉर्मेट देखो, ठीक है स्टूडेंट्स। फिर ये उपर इत्थे की लिखना स्टूडेंट, जर्नल लिख देना। इत्थे आपां डेट लिख देनी है, इत्थे पर्टिकुलर्स, इत्थे LF, इत्थे लिखना है DR रुपीज़, CR रुपीज़। इनू स्टूडेंट रुपी नू इस तरीके नाल लिखना। तो स्टूडेंट मैं थोनों ये जस्ट क्वेश्चन करके दिखा रहा कि क्वेश्चन किमें करना होंदा है, फिर आप इनू डिटेल च समझांगे कि एंट्रियां किमें पास करनियां होंदियां ने, ठीक है। मैं थोनों करके दिखा रहा कि क्वेश्चन आपने किमें करना होंदा है, फिर आप डिटेल च अगे कंसैप्ट बाय कंसैप्ट एंट्रियां समझांगे किस तरीके नाल एंट्रियां पास करनियां होंदियां ने, समझ आई स्टूडेंट। हुण देखो पहली एंट्री की लिखी हुई है, आप देखो बिजनेस ट्रांजैक्शन रमेश जिहदा बिजनेस हुंदा है वो आप खुद मन के चलते हैं कि अपना बिजनेस जो बिजनेस स्टार्ट करदा है। देखो रमेश स्टार्टड बिजनेस विद कैश, हुण देखो इत्थे की लिखना स्टूडेंट अप्रैल 1, देखिए बिजनेस स्टार्ट किया तो अपने को आया स्टूडेंट कैश आया, कैश अकाउंट डेबिट टू कैपिटल, ठीक है। तो किन्ने रुपए दी 1 लाख, 1 लाख। तो स्टूडेंट आ किमें एंट्री पई है की आया, इनू आप अगले डिटेल च समझांगे स्टूडेंट, क्लीयर है गल। मैं थोनों ये देख लो कि तुसी जर्नल च एंट्रियां पास किमें करनियां होंदियां ने, ठीक है। हुण अगे की करना होंदा अपन ने, नरेशन लिखना होंदा, जिवें बीइंग की एंट्री हुई है स्टार्टड, या मतलब इत्थे अपने एंट्री डिफाइन करनी जिहड़ी उपर आप एंट्री लिखी हुई है बिजनेस विद कैश, ये अपनी नरेशन होगी स्टूडेंट, इनू आप नरेशन बोलते हैं। ये अपनी कंप्लीट एंट्री है, मतलब जिहड़ी चीज़ डेबिट करनी होंदी है उन्होंने आप इधर लिख देना डेबिट ते हमेशा जो क्रैडिट करने आप 2 वर्ड यूज़ करना, क्रेडिट 2 कैपिटल, पर इत्थे क्रैडिट वर्ड नहीं लिखना होंदा अपने, इत्थे आप 2 वर्ड लिखना होंदा, तो इधर लिखना अपने 1 लाख, क्लीयर है गल। अगे देखो अपने गुड्स परचेज की शाम तो,
ਉਧਾਰ ਖਰੀਦੀ ਆਪਾਂ ਨੇ। ਗੁੱਡਸ ਦੀ ਜਗ੍ਹਾ 'ਤੇ ਮੈਂ ਤੁਹਾਨੂੰ ਦੱਸਿਆ ਸੀ ਹਮੇਸ਼ਾ ਪਰਚੇਜ਼ ਅਤੇ ਸੇਲ ਵਰਡ ਯੂਜ਼ ਕਰਦੇ ਹੁੰਦੇ ਹਾਂ। April 2। ਤਾਂ ਹੁਣ ਦੇਖੋ ਇੱਥੇ ਆਪਾਂ ਨੇ ਗੁੱਡਸ ਖਰੀਦੀ ਤਾਂ ਆਪਾਂ ਕੀ ਕਰਾਂਗੇ, ਆਪਣੇ ਕੋਲ ਕੀ ਆਈ ਹੈ, ਗੁੱਡਸ ਆਈ, ਆਪਾਂ ਉਹਦੀ ਜਗ੍ਹਾ 'ਤੇ ਕੀ ਲਿਖਾਂਗੇ, ਪਰਚੇਜ਼ ਅਕਾਊਂਟ ਡੈਬਿਟ। ਠੀਕ ਹੈ, ਉਧਾਰ ਖਰੀਦੀ ਜੇਕਰ ਕੈਸ਼ ਨਾਲ ਖਰੀਦੀ ਹੁੰਦੀ ਤਾਂ ਕੈਸ਼ ਚਲਾ ਜਾਂਦਾ, ਪਰ ਆਪਾਂ ਕਿਤੋਂ ਖਰੀਦੀ, ਆਪਾਂ ਸ਼ਾਮ ਤੋਂ। ਇਹਨੂੰ ਵੀ ਆਪਾਂ ਡਿਟੇਲ ਦੇ ਵਿੱਚ ਸਮਝਾਂਗੇ। ਠੀਕ ਹੈ, ਹੁਣ ਤਾਂ ਜਸਟ ਇਹ ਵਾਲੇ ਕੁਐਸਚਨ ਦੇ ਵਿੱਚ ਜਸਟ ਇਹ ਸਮਝ ਲਓ ਕਿ ਐਂਟਰੀ ਨੂੰ ਪਾਸ ਕਿਵੇਂ ਕਰਨਾ ਹੁੰਦਾ ਬਸ। ਫਿਰ ਉਸ ਤੋਂ ਬਾਅਦ ਜਦੋਂ ਅੱਗੇ ਆਪਾਂ ਕੱਲੀ ਐਂਟਰੀ ਦੀ ਡਿਟੇਲ ਸਮਝਾਊਂਗਾ, ਉਹਦੇ ਵਿੱਚ ਸਮਝਿਓ। ਠੀਕ ਹੈ, ਤੇ ਥਰਡ ਐਂਟਰੀ ਦੇਖੋ ਸਟੂਡੈਂਟ ਕੀ ਹੈ, ਕੈਸ਼ ਸੇਲ ਕੀਤੀ। ਪਹਿਲਾਂ ਤਾਂ ਇਹਨੂੰ ਲਿਖ ਲਓ ਕਿ ਨਰੇਸ਼ਨ ਲਿਖਣੀ ਹਮੇਸ਼ਾ ਜ਼ਰੂਰੀ ਹੁੰਦੀ ਹੈ। ਬੀਇੰਗ ਪਰਚੇਜ਼ ਗੁੱਡਸ ਔਨ ਕ੍ਰੈਡਿਟ। ਠੀਕ ਹੈ, ਫਿਰ ਉਸ ਤੋਂ ਬਾਅਦ April। ਜੇਕਰ ਕੁਛ ਵੀ ਨਾ ਸਮਝ ਆਵੇ ਤੁਹਾਨੂੰ ਕਿ ਹਾਂ ਇੱਥੇ ਨਰੇਸ਼ਨ ਕੀ ਲਿਖਣੀ ਹੈ, ਜਿਹੜੇ ਵੀ ਪੁਆਇੰਟ ਦੀ ਘਟਨਾ ਵਾਪਰੀ ਆ ਇਹੀ ਲਿਖ ਦਿਆ ਕਰੋ। ਠੀਕ ਹੈ, ਕੈਸ਼ ਸੇਲ ਕੀਤੀ ਤਾਂ ਕੈਸ਼ ਸੇਲ ਕੀਤੀ ਦਾ ਕੀ ਹੋਊਗਾ, ਆਪਾਂ ਨੇ ਕੋਈ ਮਤਲਬ ਆਪਣੇ ਕੋਲ ਪੈਸੇ ਆਏ ਹੋਣਗੇ ਤਾਂ ਕੈਸ਼ ਆਪਣੇ ਕੋਲ ਆ ਗਿਆ, ਕੈਸ਼ ਅਕਾਊਂਟ ਡੈਬਿਟ। ਅਤੇ ਆਪਣੇ ਕੋਲ ਚੀਜ਼ ਚਲੀ ਗਈ, ਆਪਾਂ ਤੁਹਾਨੂੰ ਦੱਸਿਆ ਗੁੱਡਸ ਜਦੋਂ ਚੱਲੇ ਆਪਾਂ ਉਹਦੀ ਗੁੱਡਸ ਦੀ ਜਗ੍ਹਾ ਪਰਚੇਜ਼ ਸੇਲ ਵਰਡ ਯੂਜ਼ ਕਰਨਾ ਹੁੰਦਾ। ਇੱਥੇ ਸੇਲ ਸੀਗਾ ਅਤੇ 9000 ਲਿਖ ਦਾਂਗੇ, ਇੱਥੇ ਵੀ 9000 ਲਿਖ ਦਾਂਗੇ। ਤਾਂ ਆਪਣੀ ਨਰੇਸ਼ਨ ਕੀ ਬਣ ਜੂਗੀ, ਬੀਇੰਗ ਕੈਸ਼ ਸੇਲ। ਅੱਗੇ ਦੇਖੋ ਸਟੂਡੈਂਟ, ਉੱਪਰ ਦੇਖੋ ਸੋਲਡ ਕੀਤੀ ਆਪਾਂ ਨੇ ਕੈਸ਼ ਨਾਲ। ਠੀਕ ਹੈ, ਫਿਰ ਉਹੀ ਇੱਥੇ ਐਂਟਰੀ ਪਾ ਦਾਂਗੇ ਸਟੂਡੈਂਟ April 24। ਆਪਾਂ ਨੇ ਗੁੱਡ ਸੋਲਡ ਕੀਤੀ ਤਾਂ ਕੀ ਆਊਗੀ, ਕੈਸ਼ ਅਕਾਊਂਟ ਡੈਬਿਟ ਟੂ ਸੇਲ ਬੀਇੰਗ ਕੈਸ਼ ਸੇਲ। ਤਾਂ ਕਿੰਨੀ ਇਹਦੀ ਕੀਤੀ ਆਪਾਂ ਨੇ 1000 ਦੀ, 1000 ਦੀ। ਅੱਗੇ ਉੱਪਰ ਦੇਖੋ ਸਟੂਡੈਂਟ, ਅੱਗੇ ਐਂਟਰੀ ਹੈਗੀ ਆ ਪੇਡ ਕਾਰਟੇਜ। ਕਾਰਟੇਜ ਵੀ ਆਪਣਾ ਖਰਚਾ ਹੁੰਦਾ। ਠੀਕ ਹੈ, ਅਤੇ ਆਪਾਂ ਨੇ ਹੁਣ ਪੈਸੇ ਦਿੱਤੇ ਹੋਣਗੇ ਕਾਰਟੇਜ ਦੇ, ਤਾਂ ਇੱਥੇ ਲਿਖਾਂਗੇ April 27। ਇੱਥੇ ਕੀ ਲਿਖਾਂਗੇ, ਕਾਰਟੇਜ ਅਕਾਊਂਟ ਡੈਬਿਟ ਟੂ ਕੈਸ਼। ਕਿੰਨਾ ਲਿਖਾਂਗੇ, 500। ਇੱਥੇ ਆ ਜਾਊਗਾ ਬੀਇੰਗ ਕੈਸ਼ ਪੇਡ ਫॉर ਕਾਰਟੇਜ। ਇਸ ਤਰੀਕੇ ਨਾਲ ਆਪਾਂ ਨੇ ਲਿਖਣਾ ਹੁੰਦਾ। ਤਾਂ ਸਟੂਡੈਂਟ ਤੁਹਾਨੂੰ ਕਲੀਅਰ ਕੱਟ ਐਂਟਰੀ ਪਤਾ ਲੱਗ ਗਈ ਹੋਣੀ ਹੈ ਕਿ ਇਹ ਐਂਟਰੀ ਨੂੰ ਕਿਸ ਤਰੀਕੇ ਨਾਲ ਆਪਾਂ ਨੇ ਸੋਲਵ ਕਰਨਾ ਹੁੰਦਾ, ਕਿਸ ਤਰੀਕੇ ਨਾਲ ਆਪਾਂ ਨੇ ਜਰਨਲ ਦੀਆਂ ਐਂਟਰੀਆਂ ਪਾਸ ਕਰਨੀਆਂ ਹੁੰਦੀਆਂ ਨੇਗੀਆਂ। ਹੁਣ ਆਪਾਂ ਸਟੈਪ ਬਾਏ ਸਟੈਪ ਸਮਝਾਂਗੇ, ਕੰਸੈਪਟ ਬਾਏ ਕੰਸੈਪਟ, ਇਹ ਐਂਟਰੀ ਨੂੰ ਐਕਚੁਅਲ 'ਚ ਪਾਸ ਕਿਵੇਂ ਕਰਨਾ ਹੁੰਦਾ। ਸਟੂਡੈਂਟ ਕਲੀਅਰ ਹੋ ਗਿਆ, ਕੱਲੀ ਐਂਟਰੀ ਸਮਝਾਂਗੇ ਤਾਂ ਜੋ ਆਪਾਂ ਨੂੰ ਫੇਰ ਜਾ ਕੇ ਕਿਤੇ ਸਮਝ ਆਏਗਾ। ਕਲੀਅਰ ਹੈ ਗੱਲ ਸਟੂਡੈਂਟਸ। ਤਾਂ ਸਟੂਡੈਂਟਸ ਧਿਆਨ ਨਾਲ ਸੁਣੋ ਕਿ ਆਪਾਂ ਨੂੰ ਹੁਣ ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਸਿੰਪਲ ਜਰਨਲ ਐਂਟਰੀ ਠੀਕ ਹੈ, ਅਤੇ ਕੰਪਾਊਂਡ ਜਰਨਲ ਐਂਟਰੀ ਕੀ ਹੁੰਦੀ ਹੈ। ਕਹਿੰਦੇ ਸਿੰਪਲ ਜਰਨਲ ਐਂਟਰੀ ਜਿਹਦੇ ਵਿੱਚ ਆਪਾਂ ਸਿੰਪਲ ਐਂਟਰੀ ਇੱਕ ਹੁੰਦਾ ਡੈਬਿਟ, ਇੱਕ ਹੁੰਦਾ ਕ੍ਰੈਡਿਟ। ਜਿਵੇਂ ਪਰਚੇਜ਼ ਟੂ ਕੈਸ਼, ਆਪਾਂ ਨੇ ਕੋਈ ਚੀਜ਼ ਖਰੀਦੀ ਕੈਸ਼ ਨਾਲ, ਸਿਰਫ ਦੋ ਡੈਬਿਟ ਕੀਤਾ, ਇੱਕ ਕ੍ਰੈਡਿਟ। ਕੰਪਾਊਂਡ ਐਂਟਰੀ ਕੀ ਹੁੰਦੀ ਹੈ, ਜਿੱਥੇ ਮੋਰ ਦੈਨ 2 ਤੋਂ ਜ਼ਿਆਦਾ ਐਂਟਰੀਆਂ ਹੁੰਦੀਆਂ ਨੇਗੀਆਂ, ਉਹਨੂੰ ਕੀ ਬੋਲਦੇ ਨੇ, ਕੰਪਾਊਂਡ। ਜਿਵੇਂ ਆਪਾਂ ਨੇ ਕੋਈ ਚੀਜ਼ ਵੇਚੀ ਬਟ ਉਹਦੇ ਵਿੱਚ 2000 ਰੁਪਏ 5000 ਦੀ ਵੇਚੀ, ਪਰ ਉਹ 'ਚ 2000 ਤਾਂ ਕੈਸ਼ ਮਿਲ ਗਿਆ, ਬਾਕੀ ਹਾਲੇ 3000 ਉਧਾਰ ਖੜ੍ਹਾ, ਤਾਂ ਇਹ ਇੱਕ ਐਂਟਰੀ ਪੈ ਗਈ। ਇਹਨੂੰ ਬੋਲਦੇ ਆਪਾਂ ਕੰਪਾਊਂਡ। ਜਿਹਦੇ ਵਿੱਚ 2 ਐਂਟਰੀਆਂ ਮੋਰ ਦੈਨ 2 ਅਕਾਊਂਟਸ ਹੋਣ, ਉਹਨੂੰ ਕੀ ਬੋਲਦੇ ਨੇ ਆਪਾਂ, ਕੰਪਾਊਂਡ ਐਂਟਰੀ। ਸਮਝ ਆਈ ਗੱਲ। ਬਸ ਆਹ 2 ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ। ਤਾਂ ਸਟੂਡੈਂਟਸ ਮੇਰੀ ਗੱਲ ਸੁਣੋ, ਅਤੇ ਮੈਂ ਤੁਹਾਨੂੰ ਹੁਣ ਦੇਖੋ ਇਹ ਮੈਂ ਤੁਹਾਨੂੰ ਸਮਝਾਤਾ ਕਿ ਸਿੰਪਲ ਜਰਨਲ ਐਂਟਰੀ ਅਤੇ ਕੰਪਾਊਂਡ ਜਰਨਲ ਐਂਟਰੀ ਕੀ ਹੁੰਦੀ ਆ। ਹੁਣ ਤੁਹਾਨੂੰ ਸਟੂਡੈਂਟ ਇੱਕ ਗੱਲ ਹੋਰ,
ਕਿ ਹੁਣ ਆਪਾਂ ਸਟੈਪ ਬਾਏ ਸਟੈਪ ਜਿਹੜੇ ਆਪਾਂ ਐਂਟਰੀਆਂ ਨੂੰ ਸਮਝਾਂਗੇ, ਇਕੱਲੀ ਇਕੱਲੀ ਐਂਟਰੀ ਕਿ ਆਹ ਕੰਡੀਸ਼ਨ ਆ ਜੇ ਤਾਂ ਆਹ ਐਂਟਰੀ ਕਿਵੇਂ ਪੈਂਦੀ ਆ, ਆਹ ਕੰਡੀਸ਼ਨ ਆ ਜੇ ਤਾਂ ਆਹ ਐਂਟਰੀ ਕਿਵੇਂ ਪੈਂਦੀ ਹੈ। ਫਿਰ ਉਹ ਕੰਡੀਸ਼ਨਾਂ ਨੂੰ ਸਮਝਦੇ ਹੋਏ ਫਿਰ ਉਸ ਤੋਂ ਬਾਅਦ ਆਪਾਂ ਇਕੱਲਾ ਇਕੱਲਾ ਕੁਐਸਚਨਸ ਕਰਾਂਗੇ। ਜਿੰਨੀ ਵੀ ਪ੍ਰੋਬਲਮਸ ਪ੍ਰੈਕਟੀਕਲ ਪ੍ਰੋਬਲਮਸ ਨੇ ਇਕੱਲਾ ਇਕੱਲਾ ਮੈਂ ਤੁਹਾਨੂੰ ਸੋਲਿਊਸ਼ਨ ਕਰਾਊਂਗਾ ਇਸ ਚੀਜ਼ ਦਾ, ਅਤੇ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਅਤੇ ਨਾਲ ਬਸ ਜੁੜੇ ਰਹੋ ਅਤੇ ਲਾਈਕ ਅਤੇ ਕਮੈਂਟ ਕਰਦੇ ਰਿਹਾ ਕਰੋ, ਠੀਕ ਹੈ। ਅਤੇ ਮੈਂ ਤੁਹਾਨੂੰ ਇੰਨੀ ਜ਼ਿਆਦਾ ਵੱਡੀ ਵੀਡੀਓ ਵੀ ਨਹੀਂ ਬਣਾਉਣੀ ਕਿ ਤਾਂ ਜੋ ਤੁਹਾਨੂੰ ਐਂ ਲੱਗੇ ਕਿ ਹਾਂ ਵੀ ਇਹ ਤਾਂ ਬਹੁਤ ਜ਼ਿਆਦਾ ਵੱਡੀ ਵੀਡੀਓ ਹੋ ਗਈ। ਪਰ ਹਾਂ ਕੁਐਸਚਨਸ ਕੁਛ ਇਹੋ ਜਿਹੇ ਹੋਣਗੇ ਜਿਹਦੇ ਵਿੱਚ ਕਈ ਵਾਰ ਜਿਹੜੀ ਵੀਡੀਓ ਲੈਕਚਰ ਆ ਉਹ ਜ਼ਿਆਦਾ ਲੰਬਾ ਚਲਾ ਜਾਂਦਾ, ਠੀਕ ਹੈ। ਕੰਸੈਪਟ ਵਾਈਜ਼ ਕੰਸੈਪਟ ਮੈਂ ਤੁਹਾਨੂੰ ਸਮਝਾ ਰਿਹਾ। ਇਸ ਤੋਂ ਪਹਿਲਾਂ ਇਹ ਜਦੋਂ ਆਹ ਜਰਨਲ ਲਗਾ ਰਹੇ ਹੋ, ਇਸ ਤੋਂ ਪਹਿਲਾਂ ਜਿਹੜੀ GST ਵਾਲਾ ਵੀ ਟੋਪਿਕ ਤੁਹਾਨੂੰ ਪਲੇਲਿਸਟ ਦੇ ਵਿੱਚ ਮਿਲ ਜਾਏਗਾ, ਉਹਨੂੰ ਵੀ ਲਗਾ ਲਿਓ ਤਾਂ ਜੋ ਤੁਹਾਨੂੰ ਜਦ GST ਵੀ ਨਾਲ ਨਾਲ, ਹੁਣ ਜਰਨਲ ਐਂਟਰੀ ਵੀ ਕਰ ਰਿਹਾ ਇਹਦੇ ਵਿੱਚ GST ਵੀ ਨਾਲ ਅੱਗੇ ਅੱਗੇ ਜੁੜੇਗਾ। ਹਾਲੇ ਤਾਂ ਆਪਾਂ ਸਿੰਪਲ ਜਰਨਲ ਐਂਟਰੀਆਂ ਕਰਾਂਗੇ, ਫਿਰ ਨਾਲ GST ਵੀ ਨਾਲ ਇਨਕਲੂਡ ਕਰਾਂਗੇ ਕਿਉਂਕਿ GST ਸਮਝਣਾ ਇਹਦੇ ਵਿੱਚ ਬਹੁਤ ਮਸਟ ਇੰਪੋਰਟੈਂਟ ਹੈ। ਕਲੀਅਰ ਹੈ ਗੱਲ। ਅਤੇ ਆਪਾਂ ਹੁਣ ਅੱਜ ਲਈ ਇੰਨਾ ਹੀ, ਪਰ ਨੈਕਸਟ ਕਲਾਸ ਦੇ ਵਿੱਚ ਆਪਾਂ ਸਾਰਾ ਅੱਗੇ ਕਰਾਂਗੇ। ਕਲੀਅਰ ਹੈ ਸਟੂਡੈਂਟਸ। ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।